ਹੈਲੋ ਸਟੂਡੈਂਟਸ, ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ CS ਲੈਕਚਰਸ ਉੱਪਰ। ਐਡਵਾਂਸ ਜਾਵਾ ਦੀ ਕਲਾਸ ਦੇ ਵਿੱਚ ਅੱਜ ਆਪਣਾ ਫਸਟ ਲੈਕਚਰ ਹੈ, ਜਿਹਦੇ ਵਿੱਚ ਆਪਾਂ ਜਿਹੜਾ ਟੌਪਿਕ ਕਵਰ ਕਰਨ ਜਾ ਰਹੇ ਹਾਂ ਉਹ ਹੈ ਥਰੈਡ। ਹੁਣ ਇਸ ਸੈਸ਼ਨ ਦੇ ਵਿੱਚ ਆਪਾਂ ਬੇਸਿਕਲੀ ਪੜ੍ਹਾਂਗੇ ਕਿ ਥਰੈਡ ਹੈ ਕੀ ਹੈ ਜਾਵਾ ਦੇ ਅੰਦਰ, ਥਰੈਡ ਕ੍ਰੀਏਟ ਕਿੱਦਾਂ ਕਰਨਾ ਹੈ, ਕਿਹੜੇ ਕਿਹੜੇ ਮੈਥਡਸ ਨੇ ਜਿਹਦੇ ਨਾਲ ਆਪਾਂ ਕ੍ਰੀਏਟ ਕਰ ਸਕਦੇ ਹਾਂ। ਠੀਕ ਹੈ ਜੀ, ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਲੈਕਚਰ। ਥਰੈਡ ਬੇਸਿਕਲੀ ਜਾਵਾ ਦੇ ਵਿੱਚ ਇਨਬਿਲਡ ਫੀਚਰ ਹੈ ਮਲਟੀ ਥਰੈਡਿੰਗ ਦਾ। ਹੁਣ ਮਲਟੀ ਥਰੈਡਿੰਗ ਦੇ ਨਾਲ ਕੀ ਹੈ ਕਿ ਕਨਕਰੰਟ ਰਨਿੰਗ ਆਫ ਮਲਟੀਪਲ ਥਰੈਡਸ ਵਿਦਿਨ ਦਾ ਸੇਮ ਪ੍ਰੋਗਰਾਮ। ਓਕੇ, ਕਨਕਰੰਟ ਸਾਈਮਲਟੇਨੀਅਸਲੀ ਮਲਟੀਪਲ ਥਰੈਡਸ ਨੇ ਜਿਹੜੇ ਇੱਕੋ ਟਾਈਮ 'ਤੇ ਐਗਜ਼ੀਕਿਊਟ ਹੁੰਦੇ ਨੇ। ਠੀਕ ਹੈ, ਹੁਣ ਥਰੈਡ ਹੈ ਕੀ ਹੈ ਇਹ ਆਪਾਂ ਦੇਖਦੇ ਹਾਂ। The programs that we have written so far had only one entry point, ठीक है जी, मेन method है जेड़ा, and one exit point. All the instructions in these programs executed serially, one at a time, beginning at the first statement in main and continuing sequentially through the statements until the program ends। मतलब ਕੋਈ ਵੀ ਤੁਹਾਡੇ ਕੋਲ ਪ੍ਰੋਗਰਾਮ ਐਗਜ਼ਾਮਪਲ ਹੈ ਉਹਦੇ ਵਿੱਚ ਸਿਰਫ ਅਗਰ ਮੇਨ ਮੈਥਡ ਹੀ ਬਣਿਆ ਹੋਇਆ, ਕਲੀਅਰ, ਉਹਦੇ ਵਿੱਚ ਕੀ ਹੋਣਾ ਹੈ ਕਿ ਇੱਕ ਹੀ ਥਰੈਡ ਹੋਏਗਾ। ਬੇਸਿਕਲੀ ਥਰੈਡ ਕੀ ਹੈ, ਥਰੈਡ ਨੂੰ ਲਾਈਟ ਵੇਟ ਪ੍ਰੋਸੈਸ ਆਪਾਂ ਬੋਲ ਦਿੰਦੇ ਹਾਂ। ਕਲੀਅਰ, ਤੁਹਾਡੇ ਪ੍ਰੋਗਰਾਮ ਦੇ ਜਿਹੜਾ ਤੁਹਾਡਾ ਪੂਰਾ ਪ੍ਰੋਗਰਾਮ ਹੈ ਉਹ ਇੱਕ ਛੋਟੇ ਛੋਟੇ ਲਾਈਟ ਵੇਟ ਪ੍ਰੋਸੈਸਸ ਦੇ ਵਿੱਚ ਡਿਵਾਈਡ ਹੋ ਜਾਂਦਾ, ਅਤੇ ਉਹ ਪ੍ਰੋਸੈਸਸ ਜਿਹੜੀਆਂ ਨੇ ਕਨਕਰੰਟਲੀ ਕੰਮ ਕਰਦੀਆਂ ਨੇ। ਕਲੀਅਰ, ਮਤਲਬ ਅਗਰ ਤੇ ਤੁਹਾਡੇ ਪ੍ਰੋਗਰਾਮ ਵਿੱਚ ਇਕੱਲਾ ਮੇਨ ਮੈਥਡ ਹੈ, ਇਸ ਤੋਂ ਇਲਾਵਾ ਕੋਈ ਵੀ ਹੋਰ ਮੈਥਡ ਨਹੀਂ ਬਣਿਆ, ਜਾਂ ਆਪਾਂ ਕੋਈ ਥਰੈਡ ਦਾ ਕੋਈ ਕੰਸੈਪਟ ਨਹੀਂ ਯੂਜ਼ ਕੀਤਾ, ਕੁਛ ਨਹੀਂ ਕੀਤਾ। ਠੀਕ ਹੈ, ਉਸ ਕੇਸ ਦੇ ਵਿੱਚ ਜਿਹੜਾ ਤੁਹਾਡੇ ਪ੍ਰੋਗਰਾਮ ਦਾ ਇੱਕ ਹੀ ਥਰੈਡ ਬਣੇਗਾ ਜਿਹੜਾ ਕਿ ਮੇਨ ਮੈਥਡ ਹੈ। ਠੀਕ ਹੈ ਜੀ, ਉਹਦਾ ਇੱਕ ਥਰੈਡ ਬਣੇਗਾ, ਜੋ ਵੀ ਸਟੇਟਮੈਂਟਸ ਜੋ ਵੀ ਤੁਸੀਂ ਕੋਡ ਲਿਖਿਆ ਹੈ 1 ਬਾਏ 1 ਐਗਜ਼ੀਕਿਊਟ ਹੋਏਗਾ। ਠੀਕ ਹੈ ਜੀ, ਪਰ this single sequence of executable statements within the program is known as a thread। ਠੀਕ ਹੈ, ਮੇਨ ਪ੍ਰੋਗਰਾਮ ਹੈ ਇੱਕ ਹੀ, ਮੇਨ ਫੰਕਸ਼ਨ ਸੀਗਾ ਇੱਕ ਹੀ, ਤਾਂ ਇੱਕ ਹੀ ਥਰੈਡ ਬਣੇਗਾ, ਜੋ ਵੀ ਤੁਸੀਂ ਉਹਦੇ ਅੰਦਰ ਕੋਡ ਕੀਤਾ ਹੈ ਫਿਰ ਉਹ 1 ਬਾਏ 1 ਐਗਜ਼ੀਕਿਊਟ ਹੋਏਗਾ। in other words thread is a flow of execution of task in a program। ਕੋਈ ਵੀ ਟਾਸਕ ਹੈ ਉਹਦੀ ਐਗਜ਼ੀਕਿਊਸ਼ਨ ਹੈ। ਠੀਕ ਹੈ, ਸੋ ਇਟ ਇਜ਼ ਨੋਨ ਐਜ਼ ਥਰੈਡ ਆਫ ਐਗਜ਼ੀਕਿਊਸ਼ਨ ਔਰ ਅ ਥਰੈਡ ਆਫ ਕੰਟਰੋਲ। ਠੀਕ ਹੈ ਜੀ, ਹੁਣ ਐਗਜ਼ਾਮਪਲ ਅਗਰ ਤੁਸੀਂ ਸਮਝਣੀ ਹੈ ਥਰੈਡ ਦੀ ਤਾਂ ਉਹ ਕੀ ਹੈ ਕਿ ਵਰਡ ਪ੍ਰੋਸੈਸਰ ਐਪਲੀਕੇਸ਼ਨ ਹੈ ਕੈਨ ਆਟੋਮੈਟਿਕਲੀ ਚੈੱਕ ਯੂਅਰ ਸਪੈਲਿੰਗਸ ਐਂਡ ਗ੍ਰਾਮਰ ਵਾਈਲ ਇਟ ਅਲਾਉਸ ਯੂ ਟੂ ਪਰਫਾਰਮ ਸਮ ਅਦਰ ਟਾਸਕ ਸੱਚ ਐਜ਼ ਐਂਟਰਿੰਗ ਦਾ ਟੈਕਸਟ। ਠੀਕ ਹੈ, ਤੁਸੀਂ ਟਾਈਪ ਕਰ ਰਹੇ ਹੋ ਟੈਕਸਟ, ਬਟ ਬੈਕਗਰਾਊਂਡ ਦੇ ਵਿੱਚ ਕੁਛ ਪ੍ਰੋਸੈਸਸ ਚੱਲ ਰਹੀਆਂ ਨੇ। ਠੀਕ ਹੈ ਜੀ, ਜਿਵੇਂ ਸਪੈਲ ਚੈਕਿੰਗ ਦਾ ਮੋਡਿਊਲ ਆ ਉਹ ਰਨ ਹੋ ਰਿਹਾ। ਠੀਕ ਹੈ, ਗ੍ਰਾਮਰ ਜਿਹੜੀ ਹੈ ਉਹ ਚੈਕਿੰਗ ਹੋ ਰਹੀ ਹੈ ਨਾਲ ਨਾਲ। ਠੀਕ ਹੈ, ਤੁਸੀਂ ਟਾਈਪ ਵੀ ਕਰ ਰਹੇ ਹੋ ਬਟ ਬੈਕਗਰਾਊਂਡ ਦੇ ਨਾਲ ਨਾਲ ਸਪੈਲਿੰਗ ਚੈਕਿੰਗ ਵੀ ਚੱਲ ਰਹੀ ਹੈ। ਠੀਕ ਹੈ, ਮਤਲਬ ਉਹ ਕੀ ਹੈ, ਥਰੈਡਿੰਗ ਹੈ, ਮਲਟੀ ਥਰੈਡਿੰਗ ਦਾ ਕੰਸੈਪਟ ਹੈ। ਹੁਣ ਈਮੇਲ ਪ੍ਰੋਗਰਾਮਸ ਨੇ, ਜਿਹੜਾ ਈਮੇਲ ਐਪਲੀਕੇਸ਼ਨ ਹੈ, ਹੁਣ ਇਹਦੇ ਵਿੱਚ ਤੁਸੀਂ ਕੀ ਕਰ ਰਹੇ ਹੋ, ਡਾਊਨਲੋਡ ਦਾ ਮੈਸੇਜਸ ਐਂਡ ਐਟ ਦਾ ਸੇਮ ਟਾਈਮ ਅਲਾਓ ਯੂ ਟੂ ਰੀਡ ਦਾ ਮੈਸੇਜਸ। ਬੈਕਗਰਾਊਂਡ 'ਤੇ ਡਾਊਨਲੋਡਿੰਗ ਵੀ ਚੱਲ ਰਹੀ ਹੈ ਈਮੇਲਸ ਦੀ, ਅਟੈਚਮੈਂਟਸ ਦੀ। ਠੀਕ ਹੈ, ਪਰ ਨਾਲ ਦੀ ਨਾਲ ਤੁਸੀਂ ਵਿਊ ਵੀ ਕਰ ਰਹੇ ਹੋ, ਰੀਡ ਵੀ ਕਰ ਰਹੇ ਹੋ ਮੈਸੇਜਸ ਨੂੰ। ਠੀਕ ਹੈ, ਥਰੈਡਸ ਕੀ ਹੈ, ਅਲਾਓ ਕਰੇਗਾ ਪ੍ਰੋਗਰਾਮ ਟੂ ਆਪਰੇਟ ਮੋਰ ਐਫੀਸ਼ੀਐਂਟਲੀ ਬਾਈ ਡੂਇੰਗ ਮਲਟੀਪਲ ਥਿੰਗਸ ਐਟ ਦਾ ਸੇਮ ਟਾਈਮ। ਠੀਕ ਹੈ, ਮਲਟੀਪਲ ਥਿੰਗਸ ਆਪਾਂ ਐਟ ਦੀ ਸੇਮ ਟਾਈਮ 'ਤੇ ਕਰ ਸਕਦੇ ਹਾਂ। ਥਰੈਡਸ ਕੈਨ ਬੀ ਯੂਜ਼ ਟੂ ਪਰਫਾਰਮ ਕੰਪਲੀਕੇਟਡ ਟਾਸਕ ਇਨ ਦਾ ਬੈਕਗਰਾਊਂਡ ਵਿਦਾਊਟ ਇੰਟਰਪਟਿੰਗ ਦਾ ਮੇਨ ਪ੍ਰੋਗਰਾਮ। ਠੀਕ ਹੈ, ਕਿ ਮੇਨ ਪ੍ਰੋਗਰਾਮ 'ਚ ਜੋ ਕੋਡ ਹੈ ਤੁਹਾਡਾ ਉਹ ਤਾਂ ਚੱਲ ਹੀ ਰਿਹਾ, ਬਾਕੀ ਬੈਕਗਰਾਊਂਡ 'ਤੇ ਵੀ ਨਾਲ ਦੀ ਨਾਲ ਆਪਾਂ ਕੋਈ ਹੋਰ ਪ੍ਰੋਸੈਸਸ ਚਲਾ ਸਕਦੇ ਹਾਂ, ਕੋਈ ਹੋਰ ਜਿਹੜਾ ਕੰਮ ਹੈ ਉਹ ਆਪਾਂ ਕਰ ਸਕਦੇ ਹਾਂ। ਨੈਕਸਟ ਆਪਾਂ ਥੋੜ੍ਹਾ ਹੋਰ ਡਿਟੇਲ ਦੇਖਦੇ ਹਾਂ ਕਿ ਮਲਟੀ ਥਰੈਡਿੰਗ ਜਾਂ ਥਰੈਡ ਦਾ ਕੀ ਕੰਸੈਪਟ ਹੈਗਾ।
concurrent execution of two or more parts of a program for maximum utilization of CPU। ठीक है, ਮਤਲਬ ਇੱਕ ਤੇ ਤੁਹਾਡਾ ਮੇਨ ਫੰਕਸ਼ਨ, ਉਸ ਤੋਂ ਇਲਾਵਾ ਵੀ ਆਪਾਂ ਅਲੱਗ ਫੰਕਸ਼ਨਸ ਕ੍ਰੀਏਟ ਕਰਾਂਗੇ ਥ੍ਰੈਡ ਨੂੰ ਯੂਜ਼ ਕਰਕੇ, ਥ੍ਰੈਡ ਕਲਾਸ ਨੂੰ ਯੂਜ਼ ਕਰਕੇ ਆਪਾਂ ਹੋਰ ਵੀ ਆਪਾਂ ਫੰਕਸ਼ਨਸ ਕ੍ਰੀਏਟ ਕਰਾਂਗੇ। ਉਹਦੇ ਨਾਲ ਕੀ ਹੋਣਾ ਕਿ ਉਹ ਅਲੱਗ ਤੋਂ ਕਨਕਰੰਟਲੀ ਚੱਲਣਗੇ। ਤੁਹਾਡਾ ਮੇਨ ਮੈਥਡ ਦਾ ਜੋ ਕੋਡ ਆ ਉਹ ਵੀ ਚੱਲੇਗਾ, ਬਟ ਜੋ ਤੁਸੀਂ ਥ੍ਰੈਡਸ ਕ੍ਰੀਏਟ ਕੀਤੇ ਆ ਤਾਂ ਜੋ ਤੁਸੀਂ ਚਾਹੁੰਦੇ ਹੋ ਕਿ ਇਹ ਫੰਕਸ਼ਨਸ ਵੀ ਨਾਲ ਦੀ ਨਾਲ ਚੱਲੀ ਜਾਣ ਬੈਕਗਰਾਊਂਡ ਦੇ ਉੱਪਰ ਜਾਂ ਕਨਕਰੰਟਲੀ ਚੱਲੀ ਜਾਣ, ਤਾਂ ਉਹਦੇ ਲਈ ਆਪਾਂ ਥ੍ਰੈਡ ਕਲਾਸ ਯੂਜ਼ ਕਰਾਂਗੇ, ਤਾਂ ਉਹ ਵੀ ਸੇਮ ਟਾਈਮ 'ਤੇ ਹੀ ਰਨ ਹੋਏਗਾ। ਪਤਾ ਨਹੀਂ, ਹੁਣ ਐਗਜ਼ਾਮਪਲ ਲਈ ਅਗਰ ਆਪਾਂ ਦੇਖੀਏ ਕਿ ਸਪੋਜ਼ ਅਗਰ ਤੁਸੀਂ ਕੋਈ ਪ੍ਰੋਗਰਾਮ ਕ੍ਰੀਏਟ ਕਰ ਰਹੇ ਹੋ ਕੋਈ ਵੀ ਲੈਂਗੁਏਜ ਨੂੰ ਯੂਜ਼ ਕਰਕੇ, ਠੀਕ ਹੈ, ਜਿਵੇਂ C++ ਜਾਂ ਜਾਵਾ ਦੀ ਆਪਾਂ ਗੱਲ ਕਰੀਏ, ਤੁਸੀਂ ਇੱਕ ਮੇਨ ਫੰਕਸ਼ਨ ਕ੍ਰੀਏਟ ਕਰ ਲਿਆ, ਇਸ ਤੋਂ ਇਲਾਵਾ ਤੁਸੀਂ 2-3 ਹੋਰ ਵੀ ਫੰਕਸ਼ਨ ਕ੍ਰੀਏਟ ਕਰ ਲਏ ਜਿਨ੍ਹਾਂ ਨੂੰ ਤੁਸੀਂ ਕਾਲ ਕਰਵਾ ਰਹੇ ਹੋ, ਠੀਕ ਹੈ, ਮੇਨ 'ਚੋਂ ਕਾਲ ਕਰਵਾ ਰਹੇ ਹੋ ਜਾਂ ਕਿਸੇ ਦੂਸਰੇ ਫੰਕਸ਼ਨ 'ਚੋਂ ਕਾਲ ਕਰਵਾ ਰਹੇ ਹੋ। ਹੁਣ ਇਹਦੇ ਕੇਸ 'ਚ ਕੀ ਹੋਣਾ ਕਿ ਸਿਕੁਐਂਸ਼ਲ ਆਰਡਰ 'ਚ ਫੰਕਸ਼ਨ ਚੱਲਣੇ ਆ, ਠੀਕ ਹੈ, ਜਦੋਂ ਵੀ ਇੱਕ ਫੰਕਸ਼ਨ ਨੂੰ ਜਦੋਂ ਵੀ ਕਾਲ ਹੋਣੀ ਹੈ ਕੰਟਰੋਲ ਉਸ ਫੰਕਸ਼ਨ ਉੱਪਰ ਟਰਾਂਸਫਰ ਹੋਏਗਾ, ਬਟ ਐਟ ਟਾਈਮ ਇੱਕ ਫੰਕਸ਼ਨ ਜਿਹੜਾ ਉਹ ਐਗਜ਼ੀਕਿਊਟ ਹੋ ਰਿਹਾ ਹੈਗਾ, ਠੀਕ ਹੈ, ਸਿਕੁਐਂਸ਼ਲ ਆਰਡਰ 'ਚ ਕੰਮ ਹੋ ਰਿਹਾ ਹੈਗਾ। ਪਰ ਅਗਰ ਆਪਾਂ ਚਾਹੁੰਦੇ ਹਾਂ ਕਿ ਪੈਰਲਲੀ ਕੰਮ ਹੋਵੇ, ਠੀਕ ਹੈ, ਅਤੇ ਉੱਥੇ ਆਪਾਂ ਨੂੰ ਜਿਹੜੀ ਜਾਵਾ ਦੀ ਫੀਚਰ ਆਪਣੇ ਕੋਲ ਆ ਜਾਂਦੀ ਹੈ ਥ੍ਰੈਡ ਕ੍ਰੀਏਟ ਕਰਨ ਦੀ, ਠੀਕ ਹੈ, ਜਿਵੇਂ ਥ੍ਰੈਡ ਕਲਾਸ ਨੂੰ ਯੂਜ਼ ਕਰ ਸਕਦੇ ਹਾਂ ਜਾਂ ਆਪਾਂ ਰਨੇਬਲ ਇੰਟਰਫੇਸ ਨੂੰ ਯੂਜ਼ ਕਰ ਸਕਦੇ ਹਾਂ ਥ੍ਰੈਡ ਕ੍ਰੀਏਟ ਕਰਨ ਲਈ, ਠੀਕ ਹੈ ਜੀ, ਉਹਨਾਂ ਨੂੰ ਆਪਾਂ ਯੂਜ਼ ਕਰਾਂਗੇ। ਉਹਦੇ ਨਾਲ ਕੀ ਹੋਏਗਾ, ਤੁਹਾਡਾ ਮੇਨ ਫੰਕਸ਼ਨ ਦਾ ਜਿਹੜਾ ਕੋਡ ਆ ਉਹ ਵੀ ਚੱਲੇਗਾ, ਜੋ ਤੁਸੀਂ ਅਲੱਗ ਤੋਂ ਇੱਕ ਫੰਕਸ਼ਨ ਕ੍ਰੀਏਟ ਕੀਤਾ ਹੈ ਥ੍ਰੈਡ ਕਲਾਸ ਨੂੰ ਯੂਜ਼ ਕਰਕੇ ਜਾਂ ਰਨੇਬਲ ਕਲਾਸ ਨੂੰ ਯੂਜ਼ ਕਰਕੇ, ਉਹ ਵੀ ਪੈਰਲਲੀ ਚੱਲੇਗਾ, ਠੀਕ ਹੈ ਜੀ। ਥ੍ਰੈਡ ਬੇਸਿਕਲੀ ਹੈ ਕੀ ਹੈ, ਥ੍ਰੈਡ ਬੇਸਿਕਲੀ ਇਹ ਪ੍ਰੋਗਰਾਮ ਦਾ ਇੱਕ ਪੋਰਸ਼ਨ ਆ, ਠੀਕ ਹੈ, ਸਮੋਲ ਪਾਰਟ ਆਪਾਂ ਕਹਿ ਸਕਦੇ ਹਾਂ ਇੱਕ ਪ੍ਰੋਗਰਾਮ ਦਾ, ਜਿਹੜਾ ਕੀ ਹੈ ਪੈਰਲਲੀ ਚੱਲੇਗਾ ਕਿਹਦੇ, ਤੁਹਾਡਾ ਜਿਹੜਾ ਮੇਨ ਫੰਕਸ਼ਨ ਆ, ਮੇਨ ਫੰਕਸ਼ਨ ਦੇ ਵਿੱਚ ਜੋ ਵੀ ਕੋਡ ਹੈ ਉਹਦੇ। ਕਲੀਅਰ। ਹੁਣ ਨੈਕਸਟ ਜਿਹੜਾ ਹੈ ਥ੍ਰੈਡ ਆਪਾਂ ਕਿੱਦਾਂ ਕ੍ਰੀਏਟ ਕਰ ਸਕਦੇ ਹਾਂ, ਉਹਦੇ ਦੋ ਵੇ ਹੈ, ਇੱਕ ਥ੍ਰੈਡ ਕਲਾਸ ਨੂੰ ਯੂਜ਼ ਕਰਕੇ, ਇੱਕ ਰਨੇਬਲ ਇੰਟਰਫੇਸ ਨੂੰ ਇੰਪਲੀਮੈਂਟ ਕਰਕੇ, ਠੀਕ ਹੈ ਜੀ। ਹੁਣ ਆਪਾਂ ਫਸਟ ਮੈਥਡ ਦੇਖਣਾ ਕਿ ਥ੍ਰੈਡ ਕਲਾਸ ਨੂੰ ਯੂਜ਼ ਕਰਕੇ ਆਪਾਂ ਕਿੱਦਾਂ ਜਿਹੜਾ ਥ੍ਰੈਡ ਆ ਉਹ ਕ੍ਰੀਏਟ ਕਰ ਸਕਦੇ ਹਾਂ। ਹੁਣ ਇਹਦੇ ਲਈ ਤੁਹਾਨੂੰ ਜਿਹੜਾ ਥ੍ਰੈਡ ਕਲਾਸ ਨੂੰ ਐਕਸਟੈਂਡ ਕਰਨਾ ਪਏਗਾ, ਕਰਕੇ ਫਿਰ ਉਹਦਾ ਜਿਹੜਾ ਇਨਬਿਲਡ ਫੰਕਸ਼ਨ ਰਨ ਮੈਥਡ ਹੈ, ਰਨ ਫੰਕਸ਼ਨ ਹੈ ਜਿਹੜਾ, ਰਨ ਮੈਥਡ ਹੈ ਜਿਹੜਾ, ਇਹਦੇ ਅੰਦਰ ਤੁਸੀਂ ਆਪਣਾ ਕੋਡ ਕਰੋਗੇ ਜਿਹਨੂੰ ਤੁਸੀਂ ਪੈਰਲਲੀ ਚਲਾਉਣਾ ਚਾਹੁੰਦੇ ਹੋ, ਠੀਕ ਹੈ ਜੀ। A thread begins its life inside run method. We create an object of our new class and call start method to start the execution of the thread. Clear? ਥ੍ਰੈਡ ਕਲਾਸ ਦਾ ਜਿਹੜਾ ਮੈਥਡ ਹੈ ਸਟਾਰਟ, ਇਹਦੇ ਨਾਲ ਆਪਾਂ ਆਪਣੇ ਥ੍ਰੈਡ ਨੂੰ ਸਟਾਰਟ ਕਰਾਂਗੇ, ਠੀਕ ਹੈ ਜੀ। ਸਟਾਰਟ ਇਨਵੋਕਸ ਦਾ ਰਨ ਮੈਥਡ ਔਨ ਦਾ ਥ੍ਰੈਡ ਆਬਜੈਕਟ, ਠੀਕ ਹੈ ਜੀ। ਹੁਣ ਦੇਖੋ ਅਗਰ ਆਪਾਂ ਤੁਹਾਡੇ ਕੋਲ ਕੋਈ ਕਲਾਸ ਹੈ ਨਾ, ਉਹਨੂੰ ਅਗਰ ਆਪਾਂ ਥ੍ਰੈਡ ਬਣਾਉਣਾ ਚਾਹੁੰਦੇ ਹਾਂ ਕਿ ਉਹਦੇ ਵਿੱਚ ਵੀ ਥ੍ਰੈਡ ਵਾਲੀਆਂ ਪ੍ਰੋਪਰਟੀਜ਼ ਆ ਜਾਣ, ਤਾਂ ਆਪਣੀ ਕਲਾਸ ਨੂੰ ਆਪਾਂ ਐਕਸਟੈਂਡ ਕਰਾਵਾਂਗੇ ਥ੍ਰੈਡ ਕਲਾਸ ਤੋਂ, ਠੀਕ ਹੈ ਜੀ। ਥ੍ਰੈਡ ਕਲਾਸ ਜਿਹੜੀ ਇਨਬਿਲਡ ਕਲਾਸ ਹੈ ਉਹਦੀਆਂ ਜੋ ਵੀ ਫੀਚਰਸ ਹੋਣਗੇ, ਜੋ ਵੀ ਫੰਕਸ਼ਨਸ ਹੋਣਗੇ, ਉਹ ਆਪਾਂ ਆਪਣੀ ਕਲਾਸ ਦੇ ਵਿੱਚ ਇਨਹੈਰਿਟ ਕਰ ਲਾਂਗੇ ਬਾਏ ਐਕਸਟੈਂਡ, ਠੀਕ ਹੈ ਜੀ। ਫਿਰ ਆਪਾਂ ਆਪਣੀ ਕਲਾਸ ਦਾ ਆਬਜੈਕਟ ਬਣਾ ਕੇ ਸਟਾਰਟ ਫੰਕਸ਼ਨ ਨੂੰ ਕਾਲ ਕਰ ਦਾਂਗੇ, ਅਤੇ ਸਟਾਰਟ ਫੰਕਸ਼ਨ ਕੀ ਕਰੇਗਾ, ਅੱਗੋਂ ਰਨ ਮੈਥਡ ਨੂੰ ਇਨਵੋਕ ਕਰ ਦੇਗਾ, ਜੋ ਵੀ ਤੁਸੀਂ ਆਪਣਾ ਕੋਡ ਕੀਤਾ ਹੋਏਗਾ ਰਨ ਮੈਥਡ ਦੇ ਅੰਦਰ, ਤਾਂ ਉਹ ਰਨ ਹੋ ਜਾਏਗਾ। ਆਪਾਂ ਇਹਦੀ ਪ੍ਰੋਗਰਾਮ ਐਗਜ਼ਾਮਪਲ ਵੀ ਦੇਖਦੇ ਹਾਂ ਵੀ ਕਿ ਆਪਾਂ ਕਿਵੇਂ ਕ੍ਰੀਏਟ ਕਰ ਸਕਦੇ ਹਾਂ, ਫਿਰ ਤੁਹਾਨੂੰ ਥੋੜ੍ਹਾ ਜ਼ਿਆਦਾ ਕਲੀਅਰ ਹੋਏਗਾ ਇਹਦੇ ਬਾਰੇ। ਇਹ ਤੁਸੀਂ ਦੇਖ ਸਕਦੇ ਹੋ, ਇਹ ਕੋਡ ਹੈ, ਠੀਕ ਹੈ ਜੀ। ਹੁਣ ਇਹਦੇ ਵਿੱਚ ਆਪਾਂ ਥ੍ਰੈਡ ਕਲਾਸ ਨੂੰ ਐਕਸਟੈਂਡ ਕੀਤਾ, ਆਪਣੀ ਕਲਾਸ ਦਾ ਨਾਮ ਕੀ ਹੈਗੀ, ਮਲਟੀ ਥ੍ਰੈਡਿੰਗ ਡੈਮੋ, ਐਕਸਟੈਂਡ ਕਰ ਲਿਆ ਥ੍ਰੈਡ ਕਲਾਸ ਨੂੰ, ਠੀਕ ਹੈ ਜੀ। ਜੋ ਵੀ ਇਹਦੇ ਵਿੱਚ ਜੋ ਵੀ ਫੀਚਰਸ ਹੋਣਗੀਆਂ, ਜੋ ਵੀ ਫੰਕਸ਼ਨ ਹੈ, ਉਹ ਆਪਣੇ ਇਸ ਕਲਾਸ ਦੇ ਅੰਦਰ ਇਨਹੈਰਿਟ ਹੋ ਜਾਣਗੀਆਂ।
उस तो बाद ਇਹਦਾ ਮੈਥਡ ਹੈ ਜਿਹੜਾ ਪਬਲਿਕ ਵੋਇਡ ਰਨ ਮੈਥਡ ਹੈ। ਇਹਦੇ ਅੰਦਰ ਆਪਾਂ ਕੋਡ ਕਰ ਲਿਆ ਟਰਾਈ, ਇਹਦੇ ਵਿੱਚ ਆਪਾਂ ਲਾਈਨ ਪ੍ਰਿੰਟ ਕਰ ਲਈਏ system.out.println ਥ੍ਰੈਡ ਕਰੰਟ ਥ੍ਰੈਡ, ਕਰੰਟ ਜੋ ਰਨ ਹੋ ਰਿਹਾ ਡੋਟ ਗੈਟ ਆਈਡੀ, ਉਹਦੀ ਆਈਡੀ ਆਪਾਂ ਗੈਟ ਕਰ ਲਈਏ, ਉਹਦੀ ਆਈਡੀ ਆਪਾਂ ਪ੍ਰਿੰਟ ਕਰਾ ਰਹੇ ਹਾਂ ਜੋ ਵੀ ਕਰੰਟ ਥ੍ਰੈਡ ਚੱਲ ਰਿਹਾ ਹੈਗਾ। ਠੀਕ ਹੈ ਜੀ, ਟਰਾਈ ਕੈਚ ਬਲੋਕ ਦੇ ਅੰਦਰ ਆਪਾਂ ਲਿਖਿਆ ਇਹਨੂੰ ਤਾਂ ਕਿ ਕੋਈ ਅਗਰ ਐਕਸੈਪਸ਼ਨ ਆ ਰਹੀ ਤਾਂ ਉਹਨੂੰ ਹੈਂਡਲ ਕੀਤਾ ਜਾ ਸਕੇ। ਉਸ ਤੋਂ ਬਾਅਦ ਮੇਨ ਕਲਾਸ ਹੈ ਜਿਹੜੀ, ਠੀਕ ਹੈ ਜੀ, ਜਿਹਦੇ ਅੰਦਰ ਆਪਾਂ ਮੇਨ ਮੈਥਡ ਆਪਾਂ ਡਿਫਾਈਨ ਕੀਤਾ ਹੋਇਆ। ਠੀਕ ਹੈ ਜੀ, ਇੱਕ ਆਪਾਂ ਵੇਰੀਏਬਲ ਕ੍ਰੀਏਟ ਲੈ ਲਿਆ ਇੰਟ n ਇਕੁਅਲ ਟੂ 8। ਇਹ ਤੁਸੀਂ ਕਮੈਂਟ ਵਿੱਚ ਵੀ ਦੇਖ ਰਹੇ ਹੋ ਕਿ ਨੰਬਰ ਆਫ ਥ੍ਰੈਡਸ ਆਪਾਂ ਲੈ ਰਹੇ ਹਾਂ ਅਤੇ n ਤੱਕ ਆਪਾਂ ਲੂਪ ਚਲਾ ਰਹੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਹੈ ਮਲਟੀ ਥ੍ਰੈਡਿੰਗ ਡੈਮੋ, ਜਿਹੜੀ ਆਪਣੀ ਥ੍ਰੈਡ ਕਲਾਸ ਹੈ ਇਹਦਾ ਆਪਾਂ ਓਬਜੈਕਟ ਕ੍ਰੀਏਟ ਕਰ ਰਹੇ ਹਾਂ। ਠੀਕ ਹੈ ਜੀ, ਓਬਜੈਕਟ ਨਾਮ ਦਾ। ਉਸ ਤੋਂ ਬਾਅਦ ਓਬਜੈਕਟ ਡੋਟ ਸਟਾਰਟ। ਠੀਕ ਹੈ ਜੀ, ਇਹ ਸਟਾਰਟ ਮੈਥਡ ਕਿਹੜਾ ਥ੍ਰੈਡ ਕਲਾਸ ਦਾ। ਹੁਣ ਆਪਾਂ ਜਿਹੜੀ ਆਪਣੀ ਕਲਾਸ ਹੈ ਇਹਨੇ ਐਕਸਟੈਂਡ ਕੀਤਾ ਹੋਇਆ ਥ੍ਰੈਡ ਕਲਾਸ ਨੂੰ, ਅਤੇ ਥ੍ਰੈਡ ਕਲਾਸ ਦੀਆਂ ਜੋ ਵੀ ਪ੍ਰੋਪਰਟੀਜ਼ ਹੋਣਗੀਆਂ, ਜੋ ਵੀ ਮੈਥਡਸ ਹੋਣਗੇ ਉਹ ਇਨਹੈਰਿਟ ਹੋ ਜਾਣਗੇ ਆਪਣੀ ਕਲਾਸ ਦੇ ਅੰਦਰ, ਅਤੇ ਆਪਾਂ ਸਟਾਰਟ ਮੈਥਡ ਦੇ ਨਾਲ ਆਪਾਂ ਆਪਣੇ ਥ੍ਰੈਡ ਨੂੰ ਇਨਵੋਕ ਕਰ ਰਹੇ ਹਾਂ। ਠੀਕ ਹੈ ਜੀ, ਇਹ ਸਟਾਰਟ ਮੈਥਡ ਕੀ ਕਰੇਗਾ, ਇਹ ਕਾਲ ਕਰੇਗਾ ਕਿਹਨੂੰ, ਰਨ ਮੈਥਡ ਨੂੰ। ਨੈਕਸਟ ਆਪਣੇ ਕੋਲ ਸੈਕਿੰਡ ਮੈਥਡ ਹੈ ਜਿਹੜਾ ਥ੍ਰੈਡ ਨੂੰ ਕ੍ਰੀਏਟ ਕਰਨ ਦਾ, ਉਹ ਕੀ ਹੈਗਾ, ਬਾਈ ਯੂਜ਼ਿੰਗ ਰਨੇਬਲ ਇੰਟਰਫੇਸ। ਰਨੇਬਲ ਇੰਟਰਫੇਸ ਨੂੰ ਆਪਾਂ ਇੰਪਲੀਮੈਂਟ ਕਰਾਂਗੇ। ਠੀਕ ਹੈ ਜੀ, ਇੰਪਲੀਮੈਂਟ ਕਰਨ ਵਾਸਤੇ ਆਪਾਂ ਇਹਨੂੰ ਪਾਥ ਕੀ ਇਹਦਾ java.lang.renable। ਹੁਣ ਇੱਥੇ ਜਾਵਾ ਪੈਕੇਜ ਆ ਡੋਟ, ਉਹਦੇ ਅੰਦਰ ਹੀ ਲੈਂਗ ਪੈਕੇਜ ਆ ਡੋਟ ਰਨੇਬਲ ਜਿਹੜਾ ਇੱਕ ਇੰਟਰਫੇਸ ਹੈ। ਕਲੀਅਰ। ਦੈਨ ਆਪਾਂ ਇਹਦਾ ਜਿਹੜਾ ਓਵਰਰਾਈਡ ਕਰਾਂਗੇ ਇਹਦੇ ਰਨ ਮੈਥਡ ਨੂੰ। ਰਨ ਮੈਥਡ ਦੇ ਅੰਦਰ ਆਪਣਾ ਉਹ ਕੋਡ ਲਿਖਾਂਗੇ। ਠੀਕ ਹੈ, ਜਿਹੜਾ ਆਪਾਂ ਚਾਹੁੰਦੇ ਹਾਂ ਕਿ ਥ੍ਰੈਡ ਜਦੋਂ ਬਣੇ ਤਾਂ ਉਹ ਐਗਜ਼ੀਕਿਊਟ ਹੋਵੇ। ਦੈਨ ਆਪਾਂ ਇਹਦੇ ਜਿਹੜਾ ਸਟਾਰਟ ਮੈਥਡ ਹੈ ਇਹਨੂੰ ਕਾਲ ਕਰਾਂਗੇ। ਕਲੀਅਰ। ਹੁਣ ਆਪਾਂ ਇਹਦਾ ਦੇਖਦੇ ਹਾਂ, ਸੇਮ ਪ੍ਰੋਗਰਾਮ ਹੈ ਜਿਹਨੂੰ ਆਪਾਂ ਹੁਣ ਰਨੇਬਲ ਇੰਟਰਫੇਸ ਦੇ ਥਰੂ ਕੀਤਾ। ਠੀਕ ਹੈ ਜੀ, ਆਪਾਂ ਕਲਾਸ ਲਿਖ ਲਈ ਮਲਟੀ ਥ੍ਰੈਡਿੰਗ ਡੈਮੋ, ਇੰਪਲੀਮੈਂਟ ਕਰ ਲਿਆ ਰਨੇਬਲ ਇੰਟਰਫੇਸ ਨੂੰ। ਇਹਦੇ ਅੰਦਰ ਜਿਹੜਾ ਰਨ ਮੈਥਡ ਹੈ ਇਹਨੂੰ ਆਪਾਂ ਓਵਰਰਾਈਡ ਕਰ ਲਿਆ। ਇਹਦੇ ਅੰਦਰ ਆਪਾਂ ਉਹ ਕੋਡ ਲਿਖ ਲਿਆ ਜੋ ਆਪਾਂ ਚਲਾਉਣਾ ਚਾਹੁੰਦੇ ਹਾਂ ਪੈਰਲਲੀ। ਠੀਕ ਹੈ ਜੀ, ਸੇਮ ਕੋਡ ਹੈ ਜਿਹੜਾ ਆਪਾਂ ਹੁਣੇ ਦੇਖਿਆ। ਕੈਚ ਲਗਾਤਾ, ਟਰਾਈ ਕੈਚ ਬਲੋਕ, ਦੈਨ ਮੇਨ ਕਲਾਸ ਆਪਣੀ ਮਲਟੀ ਥ੍ਰੈਡ, ਇਹਦੇ ਅੰਦਰ ਆਪਣਾ ਮੇਨ ਮੈਥਡ ਆ ਗਿਆ। ਠੀਕ ਹੈ ਜੀ, ਨੰਬਰ ਆਫ ਥ੍ਰੈਡਸ ਆਪਾਂ ਕ੍ਰੀਏਟ ਕਰ ਲਏ ਅਤੇ ਲੂਪ ਚਲਾਤੀ 8 ਤੱਕ। ਅਤੇ ਇਹਦੇ ਅੰਦਰ ਆਪਾਂ ਹੁਣ ਥ੍ਰੈਡ ਕਲਾਸ ਹੈ ਇਹਦਾ ਆਪਾਂ ਬਣਾ ਲਿਆ ਓਬਜੈਕਟ obj ਓਬਜੈਕਟ ਨਿਊ ਥ੍ਰੈਡ, ਦੈਨ ਇਹਦੇ ਅੰਦਰ ਆਪਾਂ ਲਿਖ ਲਿਆ ਨਿਊ ਮਲਟੀ ਥ੍ਰੈਡਿੰਗ ਡੈਮੋ। ਠੀਕ ਹੈ ਜੀ, ਅਤੇ ਓਬਜੈਕਟ ਡੋਟ ਸਟਾਰਟ। ਹੁਣ ਦੇਖੋ ਜੀ, ਇੱਥੇ ਆਪਾਂ ਜਿਹੜਾ ਆਪਾਂ ਪਹਿਲਾਂ ਪ੍ਰੋਗਰਾਮ ਸੀਗਾ ਉਹਦੇ ਵਿੱਚ ਆਪਾਂ ਆਪਣੀ ਕਲਾਸ ਨੂੰ ਹੀ ਐਕਸਟੈਂਡ ਕਰਾ ਲਿਆ ਸੀ ਥ੍ਰੈਡ ਕਲਾਸ ਕੋਲੋਂ, ਅਤੇ ਥ੍ਰੈਡ ਕਲਾਸ ਦੀਆਂ ਜੋ ਵੀ ਪ੍ਰੋਪਰਟੀ ਸੀਗੀਆਂ, ਫੰਕਸ਼ਨ ਸੀਗੇ, ਉਹ ਸਾਰੇ ਆਪਣੀ ਕਲਾਸ ਦੇ ਅੰਦਰ ਜਿਹੜੀ ਮਲਟੀ ਥ੍ਰੈਡਿੰਗ ਡੈਮੋ ਆ ਇਹਦੇ ਅੰਦਰ ਇਨਹੈਰਿਟ ਹੋ ਗਏ ਸੀ। ਅਤੇ ਆਪਾਂ ਸਿੰਪਲ ਮਲਟੀ ਥ੍ਰੈਡਿੰਗ ਡੈਮੋ ਦਾ ਓਬਜੈਕਟ ਕ੍ਰੀਏਟ ਕਰਕੇ ਅਤੇ ਆਪਾਂ ਸਟਾਰਟ ਮੈਥਡ ਦੇ ਨਾਲ ਕਾਲ ਕਰ ਲਈ ਸੀ। ਪਰ ਇੱਥੇ ਕੀ ਹੋ ਰਿਹਾ ਕਿ ਆਪਾਂ ਥ੍ਰੈਡ ਕਲਾਸ ਯੂਜ਼ ਕਰ ਰਹੇ ਹਾਂ। ਠੀਕ ਹੈ, ਫਿਰ ਆਪਾਂ ਓਬਜੈਕਟ ਇਕੁਅਲ ਨਿਊ ਥ੍ਰੈਡ, ਫਿਰ ਆਪਾਂ ਇਹਦੇ ਅੰਦਰ ਜਿਹੜਾ ਆਪਣੇ ਆਪਾਂ ਕਲਾਸ ਕ੍ਰੀਏਟ ਕੀਤੀ ਸੀਗੀ ਜਿੰਨੇ ਰਨੇਬਲ ਇੰਟਰਫੇਸ ਨੂੰ ਇੰਪਲੀਮੈਂਟ ਕੀਤਾ ਉਹਦਾ ਓਬਜੈਕਟ ਪਾਸ ਕਰ ਰਹੇ ਹਾਂ। ਠੀਕ ਹੈ, ਡਾਇਰੈਕਟਲੀ ਨਹੀਂ ਆਪਾਂ ਇੱਥੇ ਸਟਾਰਟ ਮੈਥਡ ਨੂੰ ਕਾਲ ਕਰ ਰਹੇ, ਆਪਾਂ ਜੋ ਆਪਣੀ ਜਿਹੜੀ ਕਲਾਸ ਹੈ ਜਿਹਨੇ ਰਨੇਬਲ ਇੰਟਰਫੇਸ ਨੂੰ ਇੰਪਲੀਮੈਂਟ ਕੀਤਾ ਉਹਦਾ ਓਬਜੈਕਟ ਆਪਾਂ ਥ੍ਰੈਡ ਨੂੰ ਪਾਸ ਕਰ ਰਹੇ ਹਾਂ। ਦੈਨ ਆਪਾਂ ਥ੍ਰੈਡ ਕਲਾਸ ਦਾ ਓਬਜੈਕਟ ਯੂਜ਼ ਕਰਕੇ ਜਿਹੜਾ ਹੈ ਲਿਖਿਆ ਹੋਇਆ ਓਬਜੈਕਟ, ਇਹਦੇ ਨਾਲ ਆਪਾਂ ਸਟਾਰਟ ਮੈਥਡ ਨੂੰ ਕਾਲ ਕਰ ਰਹੇ ਹਾਂ। ਠੀਕ ਹੈ ਜੀ, ਆਪਾਂ ਹੁਣ ਇੰਪਲੀਮੈਂਟ ਕਰ ਰਹੇ ਹਾਂ ਇੰਟਰਫੇਸ ਨੂੰ। ਠੀਕ ਹੈ, ਅਤੇ ਆਪਣੀ ਕਲਾਸ ਦਾ ਜਿਹੜਾ ਰੈਫਰੈਂਸ ਹੈ ਨਾ, ਇੱਥੇ ਰੈਫਰੈਂਸ ਆਪਾਂ ਪਾਸ ਕਰ ਰਹੇ ਹਾਂ ਥ੍ਰੈਡ ਕਲਾਸ ਨੂੰ। ਠੀਕ ਹੈ, ਰੈਫਰੈਂਸ ਪਾਸ ਕਰ ਰਹੇ ਹਾਂ ਆਪਾਂ, ਕਿਉਂਕਿ ਇੰਟਰਫੇਸ ਦਾ ਓਬਜੈਕਟ ਆਪਾਂ ਨਹੀਂ ਕ੍ਰੀਏਟ ਕਰ ਸਕਦੇ। ਠੀਕ ਹੈ, ਸਿਰਫ ਆਪਾਂ ਰੈਫਰੈਂਸ ਕ੍ਰੀਏਟ ਕਰ ਸਕਦੇ ਹਾਂ, ਇੱਕ ਪੁਆਇੰਟਰ ਜਿਹੜਾ ਆਪਾਂ ਕਹਿ ਲਈਏ ਵੀ ਰੈਫਰੈਂਸ ਪੁਆਇੰਟ ਆਪਾਂ ਕ੍ਰੀਏਟ ਕਰ ਸਕਦੇ ਹਾਂ, ਓਬਜੈਕਟ ਨਹੀਂ ਕ੍ਰੀਏਟ ਕਰ ਸਕਦੇ। ਠੀਕ ਹੈ ਜੀ, ਇਸ ਕਰਕੇ ਆਪਾਂ ਇੱਥੇ ਇਹ ਮੈਥਡ ਯੂਜ਼ ਕਰ ਰਹੇ ਹਾਂ ਕਿ ਆਪਣੇ ਕਲਾਸ ਦਾ ਜਿਹੜਾ ਰੈਫਰੈਂਸ ਹੈ ਉਹ ਆਪਾਂ ਥ੍ਰੈਡ ਕਲਾਸ ਨੂੰ ਪਾਸ ਕਰ ਰਹੇ ਹਾਂ। ਠੀਕ ਹੈ ਜੀ, ਹੁਣ ਜੋ ਵੀ ਇਹਦਾ ਰੈਫਰੈਂਸ ਹੈ ਇਹ ਕਿਹਨੂੰ ਮਿਲ ਜਾਣਾ, ਓਬਜੈਕਟ ਨੂੰ।
ठीक है जी। तो ऑब्जेक्ट डॉट स्टार्ट आप करना तो ਉਹਦੇ ਨਾਲ ਕੀ ਹੋਣਾ अपना ਜਿਹੜਾ ਰਨੇਬਲ ਫੇਸ ਦੇ ਅੰਦਰ ਰਨ ਮੈਥਡ ਆ ਉਹਨੂੰ ਕਾਲ ਹੋ ਜਾਣੀ ਹੈ। ਕਲੀਅਰ। ਥਰੈਡ ਦਾ ਬੇਸਿਕ ਪਰਪਸ ਕੀ ਹੈਗਾ, ਮਲਟੀ ਟਾਸਕਿੰਗ ਆਪਾਂ ਕਹਿ ਸਕਦੇ ਹਾਂ, ਇੱਕ ਟਾਈਮ ਤੇ ਇੱਕ ਤੋਂ ਜ਼ਿਆਦਾ ਕੰਮ ਕਰਨੇ। ਠੀਕ ਹੈ। ਬੇਸਿਕਲੀ ਕੀ ਹੁੰਦਾ ਹੈ ਕਿ ਇੱਕ ਟਾਈਮ ਤੇ ਇੱਕ ਫੰਕਸ਼ਨ ਐਗਜ਼ੀਕਿਊਟ ਹੁੰਦਾ ਹੈ। ਠੀਕ ਹੈ। ਇੱਕ ਸਿੰਗਲ ਥਰੈਡ ਐਗਜ਼ੀਕਿਊਟ ਹੁੰਦਾ, ਸਿਕੁਐਂਸ਼ੀਅਲ ਜਿਹੜੀ ਹੈ ਅਪਰੋਚ ਨੂੰ ਯੂਜ਼ ਕੀਤਾ ਜਾਂਦਾ ਹੈ। ਠੀਕ ਹੈ। ਬਟ ਥਰੈਡਿੰਗ ਦੇ ਕੇਸ ਦੇ ਨਾਲ ਜਾਂ ਮਲਟੀ ਥਰੈਡਿੰਗ ਕੇਸ ਦੇ ਨਾਲ ਕੀ ਹੁੰਦਾ ਕਿ ਆਪਾਂ ਮਲਟੀ ਟਾਸਕਿੰਗ ਨੂੰ ਅਚੀਵ ਕਰ ਲੈਂਦੇ ਹਾਂ। ਠੀਕ ਹੈ। ਇੱਕ ਟਾਈਮ 'ਤੇ ਇੱਕ ਤੋਂ ਜ਼ਿਆਦਾ ਟਾਸਕ ਨੂੰ ਆਪਾਂ ਪੈਰਲਲੀ ਚਲਾ ਸਕਦੇ ਹਾਂ। ਕਲੀਅਰ। ਜਿਵੇਂ ਆਪਾਂ ਐਗਜ਼ਾਮਪਲ ਦੇਖੀ ਹੈ ਵਰਡ ਪ੍ਰੋਸੈਸਿੰਗ ਦੀ, ਕਿ ਤੁਸੀਂ ਟਾਈਪ ਵੀ ਕਰ ਰਹੇ ਹੋ ਬਟ ਬੈਕਗਰਾਊਂਡ 'ਤੇ ਨੰਬਰ ਆਫ ਟਾਸਕ ਚੱਲ ਰਹੀਆਂ ਨੇ। ਠੀਕ ਹੈ ਜੀ। ਸਪੈਲ ਚੈਕਿੰਗ ਚੱਲ ਰਹੀ ਹੈ, ਵਰਡ ਕਾਊਂਟਿੰਗ ਉਹ ਚੱਲ ਰਹੀ ਹੈ। ਕਲੀਅਰ। ਹੁਣ ਨੈਕਸਟ ਇਹ ਕੁਛ ਕੰਪੈਰੀਜ਼ਨ ਕੀਤਾ, 2-3 ਪੁਆਇੰਟ ਨੇ, ਇੰਪੋਰਟੈਂਟ ਪੁਆਇੰਟ ਨੇ। ਥਰੈਡ ਕਲਾਸ ਵਰਸਸ ਰਨੇਬਲ ਇੰਟਰਫੇਸ। ਹੁਣ ਅਗਰ ਆਪਾਂ ਐਕਸਟੈਂਡ ਕਰ ਲੈਂਦੇ ਹਾਂ ਆਪਣੀ ਕਲਾਸ ਨੂੰ ਥਰੈਡ ਕਲਾਸ ਦੇ ਨਾਲ, ਦੈਨ ਕੀ ਹੈ ਕਿ ਆਵਰ ਕਲਾਸ ਕੈਨ ਨੋਟ ਐਕਸਟੈਂਡ ਐਨੀ ਅਦਰ ਕਲਾਸ ਬਿਕੋਜ਼ ਜਾਵਾ ਡਜ਼ ਨੋਟ ਸਪੋਰਟ ਮਲਟੀਪਲ ਇਨਹੈਰੀਟੈਂਸ। ਠੀਕ ਹੈ ਜੀ। ਅਗਰ ਆਪਾਂ ਐਕਸਟੈਂਡ ਕਰ ਲੈਂਦੇ ਹਾਂ ਥਰੈਡ ਕਲਾਸ ਨੂੰ, ਦੈਨ ਆਪਾਂ ਫਰਦਰ ਕਿਸੇ ਹੋਰ ਕਲਾਸ ਨੂੰ ਐਕਸਟੈਂਡ ਨਹੀਂ ਕਰ ਸਕਦੇ, ਕਿਉਂਕਿ ਜਾਵਾ ਜਿਹੜੀ ਹੈ ਮਲਟੀਪਲ ਇਨਹੈਰੀਟੈਂਸ ਨੂੰ ਸਪੋਰਟ ਨਹੀਂ ਕਰਦੀ। ਸੋ ਇਸ ਕਰਕੇ ਅਗਰ ਆਪਾਂ ਇੰਪਲੀਮੈਂਟ ਕਰਦੇ ਹਾਂ ਰਨੇਬਲ ਇੰਟਰਫੇਸ ਨੂੰ, ਦੈਨ ਆਪਣੀ ਜਿਹੜੀ ਕਲਾਸ ਹੈ ਉਹ ਐਕਸਟੈਂਡ ਕਰ ਸਕਦੀ ਹੈ ਕਿਸੇ ਹੋਰ ਕਲਾਸ ਨੂੰ। ਠੀਕ ਹੈ ਜੀ। ਆਪਣੇ ਕੋਲ ਆਪਸ਼ਨ ਰਹਿ ਜਾਂਦੀ ਹੈ ਫਿਰ ਅਗਰ ਆਪਾਂ ਰਨੇਬਲ ਇੰਟਰਫੇਸ ਯੂਜ਼ ਕਰਦੇ ਹਾਂ, ਕਿਉਂਕਿ ਜਾਵਾ ਦੇ ਅੰਦਰ ਆਪਾਂ ਸੇਮ ਟਾਈਮ 'ਤੇ 2 ਕਲਾਸਿਸ ਨੂੰ ਐਕਸਟੈਂਡ ਨਹੀਂ ਕਰ ਸਕਦੇ। ਉਸ ਤੋਂ ਬਾਅਦ ਨੈਕਸਟ ਪੁਆਇੰਟ ਕੀ ਹੈ ਕਿ ਅਗਰ ਆਪਾਂ ਕਲਾਸ ਨੂੰ ਐਕਸਟੈਂਡ ਕਰਦੇ ਹਾਂ ਥਰੈਡ ਕਲਾਸ ਦੇ ਨਾਲ, ਤਾਂ ਆਪਾਂ ਨੂੰ ਜਿਹੜੀ ਬੇਸਿਕ ਜਿਹੜੀ ਫੰਕਸ਼ਨੈਲਿਟੀ ਨੂੰ ਆਪਾਂ ਐਕਸਟੈਂਡ ਕਰ ਸਕਦੇ ਹਾਂ। ਕਿਉਂਕਿ ਇਹਦੇ ਵਿੱਚ ਆਪਣੇ ਕੋਲ ਇੱਕ ਯੀਲਡ ਫੰਕਸ਼ਨ, ਇੱਕ ਇੰਟਰਪਟ ਫੰਕਸ਼ਨ ਇਹ ਮਿਲ ਜਾਂਦੇ ਆ ਜੋ ਕਿ ਅਵੇਲੇਬਲ ਨਹੀਂ ਹੈ ਰਨੇਬਲ ਇੰਟਰਫੇਸ ਦੇ ਅੰਦਰ। ਠੀਕ ਹੈ ਜੀ। ਕੀ ਹੈ ਕਿ ਰਨੇਬਲ ਇੰਟਰਫੇਸ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਜਿਹੜਾ ਆਪਣੇ ਕੋਲ ਆਬਜੈਕਟ ਹੈ, ਜਿਹੜਾ ਆਪਣੇ ਕੋਲ ਰੈਫਰੈਂਸ ਆਇਆ ਹੈ, ਜਿਹੜਾ ਆਪਾਂ ਥਰੈਡ ਕਲਾਸ ਦੇ ਅੰਦਰ ਪਾਸ ਕੀਤਾ ਸੀਗਾ, ਠੀਕ ਹੈ ਜੀ, ਉਹ ਆਪਾਂ ਸ਼ੇਅਰ ਕਰ ਸਕਦੇ ਹਾਂ ਅਮੰਗ ਮਲਟੀਪਲ ਥਰੈਡਸ। ਠੀਕ ਹੈ ਜੀ। ਮਲਟੀਪਲ ਥਰੈਡ ਨੂੰ ਆਪਾਂ ਉਹ ਆਬਜੈਕਟ ਦਾ ਰੈਫਰੈਂਸ ਜਿਹੜਾ ਉਹ ਆਪਾਂ ਪਾਸ ਕਰ ਸਕਦੇ ਹਾਂ। ਤੇ ਇਹ ਸੀਗਾ ਬੇਸਿਕ ਆਈਡੀਆ ਇੱਕ ਮਲਟੀ ਥਰੈਡਿੰਗ ਦਾ। ਥਰੈਡ ਹੈ ਕੀ ਹੈ, ਥਰੈਡ ਕ੍ਰੀਏਸ਼ਨ ਥਰੈਡ ਕਲਾਸ ਨੂੰ ਯੂਜ਼ ਕਰਕੇ ਜਾਂ ਰਨੇਬਲ ਇੰਟਰਫੇਸ ਨੂੰ ਇੰਪਲੀਮੈਂਟ ਕਰਕੇ। ਠੀਕ ਹੈ ਜੀ। ਬਾਕੀ ਥਰੈਡ ਕਲਾਸ ਦੇ ਕੁਝ ਇੰਪੋਰਟੈਂਟ ਫੰਕਸ਼ਨਸ ਨੇ ਜਿਹੜੇ ਉਹ ਆਪਾਂ ਨੈਕਸਟ ਕਲਾਸ ਦੇ ਵਿੱਚ ਕਵਰ ਕਰਾਂਗੇ। ਥਰੈਡ ਦੀਆਂ ਸਟੇਟਸ ਜਦੋਂ ਥਰੈਡ ਕ੍ਰੀਏਟ ਹੁੰਦਾ ਹੈ, ਠੀਕ ਹੈ, ਜਾਂ ਥਰੈਡ ਦਾ ਜਿਹੜਾ ਲਾਈਫ ਸਾਈਕਲ ਹੈ ਉਹ ਆਪਾਂ ਡਿਸਕਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ। ਆਈ ਹੋਪ ਕਿ ਤੁਹਾਨੂੰ ਇੰਨਾ ਕਲੀਅਰ ਹੋਇਆ ਹੋਵੇਗਾ। ਬਾਕੀ ਅਗਰ ਕਿਸੇ ਨੂੰ ਕੋਈ ਡਾਊਟ ਹੈ ਉਹ ਇਸ ਸੈਸ਼ਨ ਨੂੰ ਦੁਬਾਰਾ ਦੇਖ ਸਕਦਾ ਜਾਂ ਮੈਨੂੰ ਦੱਸ ਸਕਦਾ, ਫਿਰ ਮੈਂ ਉਹਦਾ ਟਰਾਈ ਕਰਾਂਗਾ ਵੀ ਉਹਦਾ ਡਾਊਟ ਜਿਹੜਾ ਉਹ ਕਲੀਅਰ ਹੋ ਜੇ। ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ।